ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡਾਉਤ ਬੰਧਨ ਅਨਿਕ ਵਾਰ, ਸਰਬ ਕਲਾ ਸਮਰੱਥ ਡੋਲਣ ਦੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਬਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਦਾ ਖਾਸ ਰੂਪ ਸਾਧ ਸੰਗਤ ਜੀਓ। ਆਪ ਸਰਬੱਤ ਸਿੱਖ ਸੰਗਤ ਧੰਦਾ ਦੇ ਯੋਗ ਹੈ, ਵਧਾਈ ਦੀ ਪਾਤਰ ਹੈ ਸਮੁੱਚੀ ਸਿੱਖ ਸੰਗਤ। ਜੋ ਆਪ ਜੀ ਨੇ ਸਤਿਗੁਰਾਂ ਦੀ ਰਹਿਮਤ ਸਦਕਾ, ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ। ਸੋ ਆਪ ਸਰਬੱਤ ਸਿੱਖ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੀ। ਜੀਆਂ ਨੂੰ ਆਖਿਆ ਜਾਂਦਾ ਹੈ। ਸੋ ਆਓ ਗੁਰਮੁਖ ਪਿਆਰਿਓ, ਰਲ ਮਿਲ ਕੇ ਸਤਿਗੁਰਾਂ ਦੇ ਵਚਨਾਂ ਦੇ ਨਾਲ ਸਾਂਝ ਪਾਈਏ। ਅੱਜ ਦੀ ਇਹਨਾਂ ਵਚਨਾਂ ਦੇ ਦੁਆਰਾ ਗੁਰੂ ਪਾਤਸ਼ਾਹ ਸਾਨੂੰ ਕੀ ਬਖਸ਼ਿਸ਼ ਕਰਦੇ ਨੇ। ਸ਼ਲੋਕ ਲਿਖਾ ਕਤੇ ਨਾ ਛੁਟੀ ਹੈ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਇਹਨਾਂ ਵਚਨਾਂ ਦੇ ਨਾਲ ਬਖਸ਼ਿਸ਼ ਕਰਦੇ ਨੇ। ਲਿਖਾ ਕਤੇ ਨਾ ਛੁਟੀ ਹੈ, ਖਿਨ ਖਿਨ ਭੁੱਲਣ ਹਾਰ। ਨਾ ਛੁਟੀਆ ਦਾ ਭਾਵ ਹੁੰਦਾ ਹੈ ਸੁਰਖ ਨਹੀਂ ਹੋ ਸਕਦੇ, ਵਿਕਾਰਾਂ ਦੇ ਕਰਜ਼ ਹੇਠੋਂ ਨਿਕਲ ਨਹੀਂ ਸਕਦੇ। ਬਖਸ਼ਣਹਾਰ ਬਖਸ਼ ਲੈ, ਨਾਨਕ ਪਰ ਉਤਾਰ। ਸਤਿਗੁਰੂ ਕਹਿੰਦੀ ਹੀ ਨਾਨਕਾ ਆਖ, ਅਸੀਂ ਜੀਵ ਖਿਨ ਖਿਨਾਂ ਪਿੱਛੋਂ ਭੁੱਲਾ ਕਰਨ ਵਾਲੇ ਆ। ਅਸੀਂ ਜੀਵ ਖਿਨ ਖਿਨਾਂ ਪਿੱਛੋਂ ਭੁੱਲਾ ਕਰਨ ਵਾਲੇ ਆ। ਜੇ ਸਾਡੀਆਂ ਭੁੱਲਾਂ ਦਾ ਲੇਖਾ ਹੋਵੇ ਤਾਂ ਅਸੀਂ ਕਿਸੇ ਤਰ੍ਹਾਂ ਵੀ ਇਸ ਭਾਰ ਤੋਂ ਸੁਰਖਰੂ ਨਹੀਂ ਹੋ ਸਕਦੇ। ਭੁੱਲਾਂ ਦੇ ਕਾਰਨ ਜੋ ਸਾਡੇ ਤੇ ਭਾਰ ਹੈ। ਹੇ ਬਖਸ਼ਿੰਦ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਤੂੰ ਆਪ ਹੀ ਸਾਡੀਆਂ ਭੁੱਲਾਂ ਬਖਸ਼ ਤੇ ਸਾਨੂੰ ਵਿਕਾਰਾਂ ਦੇ ਸਮੁੰਦਰ ਵਿੱਚ ਡੁੱਬਦਿਆਂ ਨੂੰ ਪਾਰ ਲੰਘਾ ਦੇ ਕਿਰਪਾ ਕਰਕੇ। ਤੇਰੀ ਕਿਰਪਾ ਦੇ ਨਾਲ
ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਿਆ ਜਾ ਸਕਦਾ ਹੈ। ਨਹੀਂ ਤਾਂ ਸਾਡੇ ਸਿਰ ਤੇ ਭੁੱਲਾਂ ਦੇ ਬਹੁਤ ਵੱਡੇ ਭਾਰ ਚੱਕੀ ਫਿਰਦੇ ਹਾਂ ਅਸੀਂ ਆਪਣੇ ਸਿਰਾਂ ਦੇ। ਪੌੜੀ ਲੂਣ ਹਰਾਮੀ ਗੁਨਹਗਾਰ ਬੇਗਾਨਾ ਅਲਪ ਮਤ, ਜਿਉ ਪਿੰਡ ਜਿਨ ਸੁਖ ਦੀਏ ਤਾਹੀ ਨਾ ਜਾਣਤ ਤਤ। ਲਾਹਾ ਮਾਇਆ ਕਾਰਨੇ ਦੈਦਿਸ ਢੂੰਡਣ ਜਾਏ, ਦੇਵਨਹਾਰ ਦਤਾਰ ਪ੍ਰਭ ਨਿਮਖ ਨਾ ਮਨਹਿ ਵਸਾਏ। ਲਾਲਚ ਝੂਠ ਬੇਕਾਰ ਮੋਹ, ਕਿਆ ਸੰਪੈ ਮਨ ਮਾਹੀ। ਲੰਪਟ ਚੋਰ ਨਿੰਦਕ ਮਹਾ ਤਿਨਹੂ ਸੰਗ ਬਿਹਾਈ। ਤੁਧ ਭਾਵੈ ਤਾਂ ਬਖਸ਼ ਲੈ ਖੋਟੀ ਸੰਗ ਖਰੇ, ਨਾਨਕ ਭਾਵੈ ਪਾਰ ਬ੍ਰਹਮ ਪਾਹਨ ਨੀਰ ਤਰੇ। ਹਮ ਲੂਣ ਹਰਾਮੀ, ਲੂਣ ਹਰਾਮੀ ਦਾ ਭਾਵ ਹੁੰਦਾ ਹੈ ਖਾਧਾ ਲੂਣ ਹਰਾਮ ਕਰਨ ਵਾਲਾ। ਨਾ ਸ਼ੁਕਰਾ ਅਕਿਰਤ ਘਨ, ਕਿਸੇ ਦੇ ਪਰ ਉਪਕਾਰ ਨੂੰ ਕਿਸੇ ਦੇ ਗੁਣ ਨੂੰ ਕੀਤੇ ਨੂੰ ਨਾਮ ਸਮਝਣ ਵਾਲਾ ਲੂਣ ਹਰਾਮੀ। ਬੇਗਾਨਾ ਦਾ ਭਾਵ ਹੁੰਦਾ ਹੈ ਓਪਰਾ। ਅਲਪ ਦਾ ਭਾਵ ਹੁੰਦਾ ਹੈ ਥੋੜ੍ਹੀ। ਜੀਓ ਦਾ ਭਾਵ ਹੁੰਦਾ ਹੈ ਜਿੰਦ। ਪਿੰਡ ਦਾ ਭਾਵ ਹੁੰਦਾ ਹੈ ਸਰੀਰ। ਪਾਸਾ ਕਹਿੰਦੀ ਲੂਣ ਹਰਾਮੀ ਗੁਨਹਗਾਰ ਬੇਗਾਨਾ ਅਲਪ ਮਤ, ਜਿਉ ਪਿੰਡ ਜਿਨ ਸੁਖ ਦੀਏ ਤਾਹੀ ਨਾ ਜਾਣ ਤਤ। ਸਤਿਗੁਰੂ ਕਹਿੰਦੇ ਮਨੁੱਖ ਨਾ ਸ਼ੁਕਰਾ ਹੈ, ਗੁਨਹਗਾਰ ਹੈ। ਇਹ ਮਨੁੱਖ ਹੋਸੀ ਮਤ ਵਾਲਾ ਹੈ ਤੇ ਪਰਮਾਤਮਾ ਦੇ ਵੱਲ ਨਾਲੋਂ ਓਪਰਾ ਰਹਿੰਦਾ ਹੈ, ਬੇਗਾਨਾ ਰਹਿੰਦਾ ਹੈ। ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਕਿਰਪਾ ਕੀਤੀ ਇਸ ਮਨੁੱਖ ਤੇ, ਕਿਰਪਾ ਕਰਕੇ ਇਹ ਜਿੰਦ ਇਹ ਸਰੀਰ ਦਿੱਤੇ, ਤੇ ਉਸ ਪਰਮਾਤਮਾ ਦਾ ਇਹ ਸ਼ੁਕਰਾਨਾ ਹੀ ਨਹੀਂ ਕਰਦਾ ਮਨੁੱਖ। ਮਾਇਆ ਦੀ ਖਾਤਰ ਦਸੀਂ ਪਾਸੀ ਤੁਰਿਆ ਫਿਰਦਾ ਹੈ। ਪਰ ਜਿਹੜਾ ਪਰਮੇਸ਼ਰ ਦਾਤਾਰ ਸਭ ਕੁਝ ਦੇਣ ਯੋਗ ਹੈ, ਉਸ ਨੂੰ ਇੱਕ ਅੱਖ ਦੇ ਫੋਰ ਜਿਤਨੇ ਸਮੇਂ ਦੇ ਲਈ ਵੀ ਇਹ ਆਪਣੇ ਮਨ ਦੇ ਵਿੱਚ ਨਹੀਂ ਵਸਾਉਂਦਾ। ਤੇ ਸਤਿਗੁਰੂ ਕਹਿੰਦੇ ਫਿਰ ਜਿਹੜੀ ਜੀਭ ਪਰਮਾਤਮਾ ਦੇ ਗੁਣ ਗਾ ਹੀ ਨਹੀਂ ਸਕਦੀ, ਉਹ ਜੀਭ ਹੀ ਸੜ ਜਾਣੀ ਚਾਹੀਦੀ ਹੈ। ਇੰਨਾ ਕੁਝ ਦਿੱਤਾ ਹੋਵੇ ਪਰਮੇਸ਼ਰ ਨੇ ਸਾਨੂੰ, ਤੇ ਅਸੀਂ ਨਾ ਸ਼ੁਕਰੇ ਰਹੀਏ, ਅਕਿਰਤ ਬਣ ਕੇ ਰਹੀਏ, ਅਕਿਰਤ ਘਣ ਰਹੀਏ, ਸਾਡੇ ਵਾਸਤੇ ਇਹ ਲਾਂਤਯੋਗ ਹੈ। ਜਿਸ ਪਰਮਾਤਮਾ ਨੇ ਸਾਨੂੰ ਜਿੰਦ ਦਿੱਤੀ, ਆ ਸੋਹਣਾ ਸਰੀਰ ਦਿੱਤਾ, ਉਸ ਪਰਮਾਤਮਾ ਦਾ ਇਹ ਮਨੁੱਖ ਸ਼ੁਕਰਾਨਾ ਨਹੀਂ ਕਰਦਾ, ਭਾਵ ਉਸ ਪਰਮਾਤਮਾ ਨੂੰ ਯਾਦ ਨਹੀਂ ਕਰਦਾ। ਲਾਲਚ ਝੂਠ ਬੇਕਾਰ ਤੇ ਮਾਇਆ ਦਾ ਮੋਹ, ਬਸ ਇਹੀ ਧਨ ਮਨੁੱਖ ਆਪਣੇ ਮਨ ਦੇ ਵਿੱਚ ਸਾਂਭੀ ਬੈਠਾ ਹੈ। ਪਾਸਾ ਕਹਿੰਦੇ ਜੋ ਦਿਸਦੇ ਨੇ ਉਹ ਚੋਰ ਨੇ, ਮਹਾ ਨਿੰਦਕ, ਉਹਨਾਂ ਦੇ ਸਾਥ ਵਿੱਚ ਇਸ ਦੀ ਉਮਰ ਬੀਤ ਜਾਂਦੀ ਹੈ ਇਸ ਮਨੁੱਖ ਦੀ।
ਪਰ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੋ ਤੈਨੂੰ ਚੰਗਾ ਲੱਗੇ ਤਾਂ ਤੂੰ ਆਪ ਹੀ ਖੋਟਿਆਂ ਨੂੰ ਖਰਿਆਂ ਦੀ ਸੰਗਤ ਵਿੱਚ ਰੱਖ ਕੇ ਬਖਸ਼ ਲੈਣਾ ਹੈ। हे ਨਾਨਕਾ, ਜੇ ਪਰਮੇਸ਼ਰ ਨੂੰ ਚੰਗਾ ਲੱਗੇ ਤਾਂ ਉਹ ਬੇਕਾਰਾਂ ਦੇ ਵਿੱਚ ਪੱਥਰ ਦਿਲ ਹੋ ਚੁੱਕੇ ਬੰਦਿਆਂ ਨੂੰ ਨਾਮ ਅੰਮ੍ਰਿਤ ਦੀ ਦਾਤ ਦੇ ਕੇ ਬੇਕਾਰਾਂ ਦੀਆਂ ਲਹਿਰਾਂ ਦੇ ਵਿੱਚੋਂ ਡੁੱਬਣੋਂ ਬਚਾ ਲੈਂਦਾ ਹੈ। ਉਹ ਪਰਮਾਤਮਾ ਕਿਰਪਾ ਕਰਦਾ ਹੈ। ਜਦੋਂ ਸ਼ਲੋਕ ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ ਭਵਜਲਤੀ ਕਾਢੋ ਪ੍ਰਭੂ ਨਾਨਕ ਤੇਰੀ ਟੇਕ। ਭਵਜਲ ਦਾ ਭਾਵ ਹੁੰਦਾ ਸੰਸਾਰ ਸਮੁੰਦਰ ਤੋਂ। ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ ਭਵਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਟੇਕ। ਸਤਿਗੁਰੂ ਕਹਿੰਦੇ ਹੀ ਨਾਨਕ ਆਖ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, हे ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਅਸੀਂ ਜੀਵ ਮਾਇਕ ਪਦਾਰਥ ਹੀ ਖਾਂਦੇ ਪੀਂਦੇ ਤੇ ਮਾਇਆ ਦੇ ਰੰਗ ਤਮਾਸ਼ਿਆਂ ਵਿੱਚ ਹੱਸਦੇ ਖੇਡਦੇ ਅਨੇਕਾਂ ਜੂਨਾਂ ਦੇ ਵਿੱਚ ਭਟਕਦੇ ਆ ਰਹੇ ਹਾਂ। ਸਾਨੂੰ ਤੂੰ ਆਪ ਹੀ ਸੰਸਾਰ ਸਮੁੰਦਰ ਤੋਂ ਕੱਢ ਤੇ ਸਾਨੂੰ ਤੇਰਾ ਹੀ ਆਸਰਾ ਹੈ। ਪੌੜੀ ਖੇਲਤ ਖੇਲਤ ਆਇਓ ਅਨਕ ਜੋਨ ਦੁਖ ਪਾਏ ਖੇਦ ਮਿਟਾਏ ਸਾਧੂ ਮਿਲਤਾ ਸਤਿਗੁਰੂ ਵਚਨ ਸਮਾਏ। ਖੀਮਾ ਗਈ ਸਚ ਸੰਜਿਓ ਖਾਇਓ ਅੰਮ੍ਰਿਤ ਨਾਮ ਖਰੀ ਕਿਰਪਾ ਠਾਕੁਰ ਭਈ ਆਨੰਦ ਸੁਖ ਬਿਸਰਾਮ। ਖੇਬ ਨਿਬਾਹੀ ਬਹੁਤ ਲਾਭ ਘਰ ਆਈ ਪਤਵੰਤਾ ਖਰਾ ਦਿਲਾਸਾ ਗੁਰ ਦੀਆ ਆਏ ਮਿਲੇ ਭਗਵੰਤ। ਆਪਨ ਕੀਆ ਕਰੇ ਆਪ ਆਗੇ ਪਾਸੇ ਆਪ ਨਾਨਕ ਸੋ ਆਰਾਧੀਐ ਨਾਨਕ ਸੋ ਸਰਾਤੀਐ ਜੇ ਘਟ ਘਟ ਰਿਹਾ ਬੇਆਪ। ਸਤਿਗੁਰੂ ਨਾਨਕ ਦੇ ਅਰਜਨ ਦੇਵ ਮਹਾਰਾਜ ਸਾਹਿਬ ਇਸ ਪੌੜੀ ਦੇ ਵਿੱਚ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਜਿਹੜਾ ਮਨੁੱਖ ਹੈ ਨਾ, ਮਨੁੱਖ ਮਾਇਕ ਭੋਗਾਂ ਦੇ ਵਿੱਚ ਮਨ ਪਰਚਾਵਾ ਅਨੇਕਾਂ ਜੂਨਾਂ ਦੇ ਵਿੱਚੋਂ ਲੰਘਦਾ ਦੁੱਖ ਪਾਉਂਦਾ ਆਉਂਦਾ ਹੈ। ਮਨੁੱਖ ਮਾਇਕ ਰੰਗਾਂ ਦੇ ਵਿੱਚ ਮਨ ਪਰਚਾਂਦਾ ਅਨੇਕਾਂ ਜੂਨਾਂ ਦੇ ਵਿੱਚੋਂ ਲੰਘਦਾ ਦੁੱਖ ਪਾਉਂਦਾ ਆਉਂਦਾ ਹੈ। ਜੇ ਗੁਰੂ ਮਿਲ ਪਵੇ, ਜੇ ਗੁਰੂ ਦੇ ਬਚਨਾਂ ਦੇ ਵਿੱਚ ਚਿੱਤ ਜੁੜ ਜਾਵੇ ਤਾਂ ਸਾਰੇ ਦੁੱਖ ਕਲੇਸ਼ ਮਿਟ ਜਾਂਦੇ ਨੇ। ਜਿਸ ਨੇ ਗੁਰੂ ਦੇ ਦਰ ਤੋਂ ਖਿਮਾ ਦਾ ਸੁਭਾਅ ਗ੍ਰਹਿਣ ਕਰ ਲਿਆ, ਨਾਮ ਧਨ ਇਕੱਠਾ ਕੀਤਾ, ਨਾਮ ਅੰਮ੍ਰਿਤ ਨੂੰ ਆਪਣੀ ਆਤਮਿਕ ਖੁਰਾਕ ਬਣਾ ਲਿਆ, ਉਸ ਉੱਤੇ ਪਰਮਾਤਮਾ ਦੀ ਬੜੀ ਮਿਹਰ ਹੁੰਦੀ ਹੈ ਤੇ ਉਹ ਆਤਮਿਕ ਆਨੰਦ ਸੁਖ ਦੇ ਵਿੱਚ ਉਹ ਮਨੁੱਖ ਟਿਕਿਆ ਰਹਿੰਦਾ।
जिस मनुख ने गुरु तो जांच सिख के सिफत सलाह दा वणज वपार सारी उम्र तोड़ निभाया। भाव भी जिस मनुख ने गुरु की सिक्ख्या नूं ग्रहण कर लिया, जिहड़ा मनुख गुरु की सिक्ख्या के अनुसार अपना जीवन जिउणा सिख लिया जिहने, उसने बहुत वड्डे लाभ खट लए। वो भटकना तो बच के अडोल मन हो जाता है। वह मनुख ते संसार दे विच आदर खटदा है। गुरु ने उसनूं होर चंगी दिली ढारत दिती ते वह भगवान दे चरनां दे विच जुड़िया है। पर यह सब कुछ परमेश्वर की मेहर तो बिना नहीं हो सकता। जे परमेश्वर कृपा करे तां ही मनुख चंगे कर्म कर सकता है। हे अकाल पुरख वाहिगुरु परमेश्वर, ये सारा खेल तू आप ही किया होया है। ये सारा खेल तू आप ही रचिया होया है। हुण भी तू ते सब कुछ कर रहा है। लोक परलोक दे विच जीआं दा राखा तू आप ही है। हे नानका, जो परमेश्वर हरेक शरीर दे विच मौजूद है, सदा उसे दी ही सिफत सलाह करनी चाहिए है। उस परमात्मा की गुण गाने चाहिए ने। श्लोक आई प्रभ शरणागति, कृपा निध दयाल, एक अखर मन वासत, नानक होत निहाल। आए प्रभ शरणागति, कृपा निध दयाल, एक अखर हर मन वासत, नानक होत निहाल। निध का भाव हुंदा सत संगी खजाना। मन का भाव हुंदा है मन दे विच। निहाल का भाव हुंदा है खिड़िया होया, खुश होया। सतगुरु कहंदे, हे अकाल पुरख वाहिगुरु परमेश्वर, हे कृपा दे खजाने, मेहर दे खजाने, हे दयाल, असीं तेरी शरण दे विच आए हाँ। हे नानका, आख जिन्हां दे मन दे विच एक अविनाशी परमेश्वर वसदा दा रहिंदा है ना, ते उन्हां दा मन सदा निहाल रहिंदा है, खुश रहिंदा है, खिड़िया रहिंदा है उन्हां दा मन। जिन्हां दे मन दे विच एक अविनाशी परमेश्वर आ वसदा है। पौड़ी अखर मैं तेरे भावन प्रभ धारे, अखर मैं तेरे भावन प्रभ धारे, अखर कर कर वेद उचारे, अखर शास्त्र सिमरत पुराना, अखर नाद कथन बखे आना। अखर उपता जगते भरमा, अखर कर्म किरता सुच धर्मा, दृष्ट मान सब ते जीता, नानक पार ब्रह्म निर्लेपा। इस पौड़ी दे विच सतगुरु अर्जन देव महाराज साहिब बख्शे करते ने कि अखर मैं तेरे भावन प्रभ धारे।
ਸਤਿਗੁਰੂ ਕਹਿੰਦੇ ਇਹ ਤਿੰਨੇ ਭਵਨ ਸਾਰਾ ਹੀ ਜਗਤ ਪਰਮੇਸ਼ਰ ਨੇ ਆਪਣੇ ਹੁਕਮ ਦੇ ਵਿੱਚ ਰਚੇ ਹੋਏ ਨੇ। ਇਹ ਤਿੰਨੇ ਭਵਨ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਹੁਕਮ ਦੇ ਵਿੱਚ ਰਚੇ ਹੋਏ ਨੇ ਤੇ ਪਰਮੇਸ਼ਰ ਦੇ ਹੁਕਮ ਦੇ ਅਨੁਸਾਰ ਹੀ ਆ ਵੇਦ ਰਚੇ ਗਏ, ਵਿਚਾਰੇ ਗਏ। ਸਾਰੇ ਸ਼ਾਸਤਰ ਸਿਮਰਤੀਆਂ ਤੇ ਪੁਰਾਣ ਪਰਮੇਸ਼ਰ ਦੇ ਹੁਕਮ ਦਾ ਪ੍ਰਗਟਾਵ ਨੇ। ਇਹਨਾਂ ਪੁਰਾਣਾ ਸ਼ਾਸਤਰਾਂ ਤੇ ਸਿਮਰੀਆਂ ਤੇ ਕੀਰਤਨ ਕਥਾ ਵਿਆਖਿਆ ਵੀ ਪਰਮੇਸ਼ਰ ਦੇ ਹੁਕਮ ਦਾ ਹੀ ਸਹੂਰ ਹੈ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਦੁਨੀਆ ਦੇ ਡਰਾਂ ਭਰਮਾਂ ਤੋਂ ਖਲਾਸੀ ਲੱਭਣੀ ਵੀ ਪਰਮੇਸ਼ਰ ਦੇ ਹੁਕਮ ਦਾ ਪ੍ਰਕਾਸ਼ ਹੈ। ਦੁਨੀਆ ਦੇ ਡਰਾਂ ਭਰਮਾਂ ਤੋਂ ਖਲਾਸੀ ਲੱਭਣੀ ਵੀ ਪਰਮੇਸ਼ਰ ਦੇ ਹੁਕਮ ਦਾ ਪ੍ਰਕਾਸ਼ ਹੈ। ਮਨੁੱਖਾਂ ਜਨਮ ਦੇ ਵਿੱਚ ਕਰਨਯੋਗ ਕਰਮਾਂ ਦੀ ਪਛਾਣ ਕਰਨੀ, ਆਤਮਿਕ ਪਵਿੱਤਰਤਾ ਦੇ ਨਿਯਮਾਂ ਦੀ ਭਾਲ, ਇਹ ਵੀ ਸਭ ਕੁਝ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੈ। ਇਹ ਵੀ ਪਰਮੇਸ਼ਰ ਦੇ ਹੁਕਮ ਦਾ ਇੱਕ ਦ੍ਰਿਸ਼ ਹੈ। ਸਤਿਗੁਰੂ ਕਹਿੰਦੇ ਹੀ ਨਾਨਕਾ ਜਿਤਨਾ ਵੀ ਇਹ ਦਿਸ ਰਿਹਾ ਨਾ ਸੰਸਾਰ ਸਾਡੀਆਂ ਅੱਖਾਂ ਦੇ ਨਾਲ, ਇਹ ਸਾਰਾ ਹੀ ਪਰਮੇਸ਼ਰ ਦੇ ਹੁਕਮ ਦਾ ਇੱਕ ਸਰਗੁਣ ਰੂਪ ਹੈ। ਜੋ ਵੀ ਅਸੀਂ ਆਪਣੀਆਂ ਅੱਖਾਂ ਦੇ ਨਾਲ ਇਸ ਸੰਸਾਰ ਨੂੰ ਵੇਖ ਰਹੇ ਹਾਂ, ਇਹ ਸਾਰਾ ਕੁਝ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦਾ ਸਰਗੁਣ ਰੂਪ ਹੈ। ਪਰ ਹੁਕਮ ਦਾ ਮਾਲਕ ਪਰਮੇਸ਼ਰ ਆਪ ਇਸ ਸਾਰੇ ਪਸਾਰੇ ਦੇ ਪ੍ਰਭਾਵ ਤੋਂ ਪਰੇ ਹੈ। ਉਹ ਇਹਦੇ ਪ੍ਰਭਾਵ ਦੇ ਵਿੱਚ ਨਹੀਂ ਆਉਂਦਾ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਰੇ ਇਸ ਪਸਾਰੇ ਤੋਂ ਨਿਰਲੇਪ ਹੈ। ਇਹ ਸਨ ਬਚਨ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ।